ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਪਰਮ ਪਵਿੱਤਰ ਨਗਰੀ ਸ਼੍ਰੀ ਤਰਨ ਤਾਰਨ ਸਾਹਿਬ, ਜਿਸ ਨਗਰ ਨੂੰ ਮਹਾਰਾਜ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਵਸਾਇਆ ਹੈ। ਪਹਿਲੇ ਗੁਰੂ ਸਾਹਿਬਾਂ ਨੇ ਵੀ ਬੇਅੰਤ ਨਗਰ ਵਸਾਏ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਵਿੱਤਰ ਧਰਤੀ ਚਰਨ ਪਾ ਕੇ ਪਵਿੱਤਰ ਨਗਰ ਵਸਾਇਆ ਹੈ। ਸਰੋਵਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਕਿਤਨੀ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ। ਔਰ ਕੋੜਿਆਂ ਵਾਸਤੇ ਨਗਰੀ ਵਸਾਈ। ਉਹਨਾਂ ਦਾ ਦਿਲ ਨਾ ਦੁਖੇ, ਉਹਦਾ ਨਾਂ ਰੱਖਿਆ ਨਵਾਣਿਆਂ ਦੀ ਬਸਤੀ। ਔਰ ਗੁਰੂ ਮਹਾਰਾਜ ਦੀ ਇਤਨੀ ਮਿਹਰ ਬਖਸ਼ਿਸ਼ ਕਿਰਪਾ, ਜਦੋਂ ਆਪ ਜੀ ਸ੍ਰੀ ਦਰਬਾਰ ਸਾਹਿਬ ਦਰਸ਼ਨੀ ਦੁਆਰ ਕਿਰਪਾ ਕਰਕੇ ਚਰਨ ਪਾਉਂਦੇ ਸਨ, ਜਾਂਦੇ ਸਨ, ਤੇ ਰਸਤੇ ਦੇ ਦੋਨੋਂ ਪਾਸੇ ਦੁਖੀ ਲੋਕ ਜਿਹੜੇ ਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬੈਠਦੇ ਸੀ। ਤੇ ਮਹਾਰਾਜ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਉਹਨਾਂ ਦੇ ਜਿਹੜੇ ਦੁੱਖ ਆ, ਕਲੇਸ਼ ਹਨ, ਦੂਰ ਕਰਦੇ ਸੀ। ਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੇ। ਉਹਨਾਂ ਦੀ ਚਰਨ ਛੋਹ 'ਚ ਵੀ ਬਖਸ਼ਿਸ਼ ਹੈ, ਔਰ ਕਿਸੇ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਦੇਣ ਉਹ 'ਚ ਵੀ ਬਖਸ਼ਿਸ਼ ਹੈ। ਅੰਮ੍ਰਿਤ ਰੂਪੀ ਬਚਨ ਕਿਰਪਾ ਕਰਨ, ਉਹਦੇ 'ਚ ਵੀ ਬਖਸ਼ਿਸ਼ਾਂ ਹਨ। ਅੰਮ੍ਰਿਤ ਰੂਪ ਦ੍ਰਿਸ਼ਟੀ ਪਾ ਦੇਣ, ਉਹਦੇ 'ਚ ਵੀ ਮਹਾਨ ਬਖਸ਼ਿਸ਼ਾਂ ਹਨ। ਕਿਉਂਕਿ ਸਤਿਗੁਰੂ ਜੀ ਸਮਰੱਥ ਹੈ, ਸਰਵ ਸ਼ਕਤੀਮਾਨ ਹਨ। ਜਿਸ ਤਰ੍ਹਾਂ ਜੜੀਆਂ ਬੂਟੀਆਂ ਹਨ, ਉਹਨਾਂ ਤੋਂ ਔਸ਼ਧੀਆਂ ਤਿਆਰ ਹੁੰਦੀਆਂ ਹਨ। ਸਿਆਣੇ ਮਹਾਂਪੁਰਸ਼ਾਂ ਨੇ ਉਹਨਾਂ ਬੂਟੀਆਂ ਬਾਰੇ ਗ੍ਰੰਥ ਬਣਾਏ। ਉਹਨਾਂ ਦੇ ਫਲ, ਦੋਸ਼, ਔਗਣ ਸਾਰੇ ਲਿਖੇ ਆ। ਸਿਆਣੇ ਫਿਰ ਮਹਾਂਪੁਰਖਾਂ ਨੇ ਉਹਨਾਂ ਦੇ ਜੋਜ ਬਣਾ ਕੇ ਦਵਾਈਆਂ ਤਿਆਰ ਕੀਤੀਆਂ। ਕਿਹੜੇ ਕਿਹੜੇ ਰੋਗ ਦੇ ਉੱਤੇ ਕਿਹੜੀ ਕਿਹੜੀ ਬੂਟੀ, ਕਿਹੜੀ ਕਿਹੜੀ ਦਵਾਈ ਅਸਰ ਪਾਉਂਦੀ ਹੈ, ਰੋਗ ਦੂਰ ਕਰਦੀ ਹੈ। ਹੁਣ ਬੂਟੀਆਂ ਵਿੱਚ ਵੀ ਬਰਕਤ ਰੱਖਣ ਵਾਲਾ ਪਰਮੇਸ਼ਰ ਆਪ ਹੀ ਹੈ। ਤੇ ਜਿਹੜੇ ਰੋਗ ਆ, ਸੋਗ ਆ, ਚਿੰਤਾ, ਇਹਨਾਂ ਨੂੰ ਦੂਰ ਕਰਨ ਵਾਲਾ ਵੀ ਆਪ ਹੀ ਹੈ।
ਹੁਣ ਜਿਸ ਤਰ੍ਹਾਂ ਦੇਖੋ ਬੁਖਾਰ ਹੈ, ਸਿਰ ਦਰਦ ਹੈ, ਦਵਾਈ ਦਿੱਤੀ, ਦਵਾਈ ਨੇ ਰੋਗ ਕੱਟ ਦਿੱਤਾ। ਇਹਦੇ ਬਾਰੇ ਹਕੀਮ ਨੂੰ ਨਹੀਂ ਪਤਾ ਵੀ ਦਵਾਈ ਵਿੱਚ ਕੀ ਬਰਕਤ ਸੀ ਜਿਹਨਾਂ ਰੋਗ ਕੱਟਿਆ ਗਿਆ। ਵੈਦ ਜਾਣਦਾ ਹੈ ਇਹਦੇ 'ਚ ਇਹ ਬਰਕਤ ਹੈ। ਸਿਰ ਦਰਦ ਸੀ, ਗੋਲੀ ਖਾਧੀ, ਦਰਦ ਚਲੇ ਗਈ। ਦਰਦ ਕਿੱਥੇ ਗਈ? ਉਹਨੇ ਨਹੀਂ ਕਿਹਾ ਕਿ ਮੇਰੇ ਸਿਰ ਪੀੜਾ ਹਟ ਗਈ। ਜੇ ਕਹੀ ਵੀ ਕਿੱਥੇ ਗਈ, ਇਹ ਦੱਸਿਆ ਨਹੀਂ ਜਾਂਦਾ, ਹਟ ਗਈ ਹੈ। ਹੁਣ ਉਹ ਜੜੀਆਂ ਬੂਟੀਆਂ ਜੋ ਕੁਝ ਵੀ ਹੈ ਉਹ ਮਹਾਰਾਜ ਨੇ ਪੈਦਾ ਕੀਤਾ ਹੈ। ਜ਼ਹਿਰਮਈ ਬੂਟੀਆਂ ਵੀ ਹੈ, ਅੰਮ੍ਰਿਤਮਈ ਵੀ ਹੈ। ਇਸ ਤਰ੍ਹਾਂ ਧਾਤਾਂ ਵੀ ਹੈਗੀਆਂ, ਜ਼ਹਿਰਾਂ ਵੀ ਹੈ, ਅੰਮ੍ਰਿਤ ਵੀ। ਸੰਖਿਆ ਹੈ ਜ਼ਹਿਰ। ਮੂਰਖ ਆਦਮੀ ਕੋਲ ਆਵੇ ਉਹ ਦੂਏ ਦੀ ਮੌਤ ਦਾ ਕਾਰਨ ਬਣਾ ਸਕਦਾ ਹੈ। ਵੈਦ ਕੋ ਆ ਜਾਏ, ਉਹਦਾ ਆਪਣੇ ਢੰਗ ਨਾਲ ਕੁਸ਼ਤਾ ਬਣਾਉਂਦਾ, ਉਹ ਅੰਮ੍ਰਿਤ ਬਣ ਜਾਂਦਾ ਹੈ। ਉਹੀ ਸੰਖਿਆ ਕਈ ਰੋਗਾਂ ਨੂੰ ਦੂਰ ਕਰਦਾ ਹੈ, ਕਿਉਂ? ਉਹਨੂੰ ਉਹਦਾ ਗਿਆਨ ਹੈ। ਗਿਆਨ ਮੂਰਖ ਵੀ ਰੱਖਦਾ, ਪਰ ਉਹ ਸੰਖਿਆ ਇਹ ਜਾਣਦਾ ਕਿ ਇਹ ਦੂਏ ਦੀ ਮੌਤ ਦਾ ਕਾਰਨ ਹੈ। ਮਾਰਨ ਦਾ ਗਿਆਨ ਰੱਖਦਾ, ਜੀਵਨ ਦਾ ਨਹੀਂ। ਇਸ ਤਰ੍ਹਾਂ ਜਿਹੜਾ ਦੁਸ਼ਟ ਬੰਦਾ ਉਹ ਕਿਸੇ ਦਾ ਕਤਲ ਕਰ ਸਕਦਾ, ਮਾਰਨ ਦਾ ਗਿਆਨ ਹੈ, ਜੀਵਨ ਦੇਣ ਦਾ ਨਹੀਂ। ਜੀਵਨ ਦਿੰਦਾ ਹੈ ਵੈਦ, ਹਕੀਮ, ਡਾਕਟਰ ਔਰ ਜੋ ਸੰਤ ਮਹਾਂਪੁਰਸ਼ ਜਿਹੜੇ ਭਜਨ ਵਾਲੇ ਆ, ਉਹ ਸਰੀਰਕ ਤੌਰ 'ਤੇ ਜੀਵਨ ਮਿਲਦਾ ਵੈਦ, ਹਕੀਮ, ਡਾਕਟਰ ਤੋਂ। ਅਤੇ ਜਿਹੜੇ ਮਨ ਦੇ ਰੋਗ ਆ, ਸਾਧ, ਉਹਦੇ ਵਾਸਤੇ ਮਹਾਂਪੁਰਖ ਜਿਹੜੇ ਆ ਉਹ ਨਾਮ, ਭਜਨ, ਸਿਮਰਨ, ਸ਼ੁਭ ਉਪਦੇਸ਼ ਰੂਪੀ ਔਸ਼ਧੀ ਹੈ, ਜਿਹਦੇ ਨਾਲ ਉਹ ਜਨ ਕਲਿਆਣ ਕਰਦੇ ਆ। ਬਹੁਤ ਸਾਰੇ ਐਸੇ ਰੋਗ ਮਾਨਸਿਕ ਚਿੰਤਾ ਆਦਿਕ ਜਿਹੜੇ ਆ ਦੂਰ ਹੋ ਜਾਂਦੇ ਹਨ। ਅਤੇ ਮਹਾਰਾਜ ਸਰਵਾਗਿਆ ਸਮਰੱਥ ਹੈ। ਉਹ ਕਿਰਪਾ ਕਰਨ ਮਨ ਦੇ ਰੋਗ ਵੀ, ਤਨ ਦੇ ਰੋਗ ਵੀ, ਬਾਣੀ ਦੇ ਰੋਗ ਵੀ, ਸਾਰਿਆਂ ਰੋਗਾਂ ਨੂੰ ਦੂਰ ਕਰਨ ਦੀ ਉਹਨਾਂ ਦੇ ਅੰਦਰ ਸ਼ਕਤੀ ਹੈ। ਜੇ ਦੂਆਂ ਅੰਦਰ ਕੋਈ ਬਰਕਤ ਰੱਖੀ ਆ, ਉਹ ਬਰਕਤ ਮਹਾਰਾਜ ਨੇ ਬਖਸ਼ੀ ਹੈ। ਵੈਦ ਵਿੱਚ ਹੈ, ਹਕੀਮ ਵਿੱਚ, ਡਾਕਟਰ ਵਿੱਚ ਹੈ, ਜਾਂ ਕੋਈ ਮਨੋ ਵਿਗਿਆਨਕ, ਉਹਦੇ ਅੰਦਰ ਵੀ ਉਹਨਾਂ ਨੇ ਇਹ ਕਲਾ ਰੱਖੀ ਹੈ। ਜੜੀਆਂ ਬੂਟੀਆਂ ਦੀ ਪਛਾਣ, ਉਹਨਾਂ ਦਾ ਨੁਕਸ਼ਾ ਬਣਾਉਣਾ, ਰੋਗ ਵਾਸਤੇ ਔਰ ਢੰਗ ਰੰਗ ਨਾਲ ਵਰਤਣਾ, ਪੱਥ ਕੁਪੱਥ ਸਾਰਾ ਦੱਸਣਾ। ਉਹਦੇ ਅੰਦਰ ਵੀ ਕਲਾ ਅਤੇ ਓੜਕ ਮਹਾਰਾਜ ਨੇ ਰੱਖੀ ਹੈ। ਇਹ ਕਿਉਂ ਸ੍ਰਿਸ਼ਟੀ ਬਣਾਈ ਹੈ, ਇਹਦਾ ਉਹ ਆਪ ਹੀ ਜ਼ਿੰਮੇਵਾਰ ਹੈ। ਪਾਪਾਂ ਤੋਂ ਜਾਂ ਪੱਥ ਕੁਪੱਥ ਤੋਂ ਰੋਗ ਪੈਦਾ ਹੁੰਦੇ ਆ, ਅਤੇ ਉਹ ਗੁਰੂ ਮਹਾਰਾਜ ਨੇ ਇਹ ਸ੍ਰਿਸ਼ਟੀ ਉਹਦੀ ਹੈ। ਸਭੇ ਜੀ ਸਮਾਲ ਆਪਣੀ ਮਿਹਰ ਕਰ। ਇਹ ਸ੍ਰਿਸ਼ਟੀ ਦੇ ਪ੍ਰਬੰਧ ਵਾਸਤੇ ਮਹਾਂਪੁਰਖ ਵੀ, ਧਰਮ ਗ੍ਰੰਥ ਵੀ ਹੈ, ਜਿਹਦੇ 'ਚ ਸਾਰਾ ਕਾਨੂੰਨ ਵਿਧਾਨ ਗ੍ਰੰਥ ਜਿਹਨੇ ਕਾਨੂੰਨ ਦੇ ਪੁਸਤਕ ਆ, ਇਹਨੇ ਸਾਰਾ ਨਿਯਮ ਵਿਧਾਨ ਜਿਹੜਾ ਲਿਖਿਆ ਹੋਇਆ ਕਿ ਮਨੁੱਖ ਜਨਮ ਨੂੰ ਕਿਵੇਂ ਉਜਲ ਪਵਿੱਤਰ ਰੱਖਣਾ ਹੈ। ਇਸੇ ਤਰ੍ਹਾਂ ਹੀ
ਸਰੀਰਕ ਪ੍ਰਕਿਰਿਆ ਔਰ ਸੰਸਾਰ ਦਾ ਬਾਜੂ ਮੰਡਲ ਕਿਸ ਤਰ੍ਹਾਂ ਸ਼ੁਭ ਰੱਖਣਾ, ਇੱਥੇ ਦਾ ਵਿਹਾਰ ਆ, ਇੱਥੇ ਦਾ ਸਮਾਜ ਦਾ, ਰਾਜਨੀਤੀ ਦਾ, ਧਰਮ ਦਾ ਆਚਾਰ ਵਿਚਾਰਿਆ, ਖਾਣਾ ਪੀਣਾ, ਆਹਾਰ ਵਗੈਰਾ, ਉਹ ਵੀ ਨਿਯਮ ਜਿਹੜੇ ਗ੍ਰੰਥਾਂ ਦੇ ਵਿੱਚ ਸਾਰੇ ਮਹਾਂਪੁਰਖਾਂ ਨੇ, ਗੁਰੂ ਮਹਾਰਾਜ ਨੇ ਵੀ ਬਾਣੀ ਵਿੱਚ ਸਾਰਾ ਕੁਛ ਦੱਸਿਆ ਹੋਇਆ ਹਰ ਤਰ੍ਹਾਂ ਦਾ ਹੀ। ਸੋ ਇਸ ਵਾਸਤੇ ਗੁਰੂ ਮਹਾਰਾਜ ਜਦੋਂ ਆਉਂਦੇ ਆ, ਇਹ ਸੰਸਾਰ ਦਾ ਜਦੋਂ ਨਿਯਮ ਵਿਹਾਰ ਵਿਗੜ ਜਾਂਦਾ, ਵਿਹਾਰਕ ਕਿਰਿਆ ਵੀ ਵਿਗੜ ਗਈ, ਲੈਣ ਦੇਣ, ਰਹਿਣ ਸਹਿਣ, ਆਚਾਰ ਵਿਹਾਰ, ਆਹਾਰ ਵਿਗੜ ਗਿਆ, ਬਾਜੂ ਮੰਡਲ ਧਾਰਮਿਕ ਤੌਰ 'ਤੇ, ਰਾਜਨੀਤੀ ਤੌਰ 'ਤੇ। ਹੁਣ ਸ੍ਰਿਸ਼ਟੀ ਉਹਦੀ ਹੈ, ਇਹ ਢਾਂਚਾ ਵਿਗੜ ਜਾਏ, ਇਹਨੂੰ ਸਵਾਰਨ ਵਾਸਤੇ ਕਈ ਵਾਰੀ ਆਪ ਆਉਂਦੇ ਆ। ਇੰਨਾ ਵਿਗੜ ਜਾਂਦਾ ਹੈ ਕਿ ਭਾਵੇਂ ਚੰਗੇ ਸਿਆਣੇ ਪੂਰੇ ਛੱਡੇ ਆ, ਕਿ ਜਦੋਂ ਬੇਵਾਹ ਹੋ ਜਾਂਦੀ ਹੈ, ਕਿਉਂਕਿ ਇਨਸਾਨ ਦੇ ਅੰਦਰ ਹਰ ਸੱਤਾ ਆਪਣੇ ਥਾਂ ਕੰਮ ਕਰਦੀ ਹੈ। ਵਿਵਹਾਰਕ ਸੱਤਾ ਵੀ ਹੈ, ਪ੍ਰਤੀਭਾਸ਼ਕ ਸੱਤਾ ਵੀ ਹੈ। ਵਿਵਹਾਰ ਦੀ ਸੱਤਾ ਵਿਗੜ ਜਾਏ, ਪ੍ਰਤੀਭਾਸ਼ਕ ਸੱਤਾ ਭਾਸ ਰਹੀ ਹੈ, ਪਰਮਾਰਥਕ ਸੱਤਾ ਜਿਹੜੀ ਹੈ, ਅਸਲੀ ਹੈ, ਉਹਦੇ 'ਚ ਵੀ ਜਦੋਂ ਰੇਲੇਮਾ ਹੋ ਜਾਏ, ਕਿਉਂ ਪਰਮਾਰਥੀ ਬੰਦੇ ਵਿਗੜ ਜਾਣ, ਉਹ ਸੱਤਾ ਵੀ ਵਿਗੜ ਜਾਏਗੀ। ਚਾਹੇ ਉਹਨੂੰ ਧਾਰਮਿਕ ਕਹਿ ਲਓ, ਇਹ ਤਿੰਨੇ ਹੀ ਸੱਤਾ ਚੱਲਦੀਆਂ। ਵਿਵਹਾਰ ਵਿੱਚ ਤਾਂ ਸਾਰਾ ਸੰਸਾਰ ਹੈਗਾ ਹੀ ਹੈ। ਪ੍ਰਤੀਭਾਸ਼ਕ ਜਿਹੜੀ ਹੈ ਮਾਇਆ ਦੀ, ਮਾਹਾ ਮਾਇਆ ਤਾਂ ਕੀ ਹੈ ਛਾਇਆ, ਜਿਵੇਂ ਰੇਤ ਚਮਕਦੀ ਹੈ, ਪਾਣੀ ਤੇ ਹੁੰਦਾ ਨਹੀਂ, ਹਰਨ ਦੌੜਦੇ ਆ, ਉਹ ਪ੍ਰਤੀਭਾਸ਼ਕ ਹੈ ਨਾ, ਭਾਸ ਰਹੇ ਹੈ ਨਹੀਂ। ਇਹ ਸਾਡੀ ਜ਼ਿੰਦਗੀ ਭਾਸ ਰਹੀ ਹੈ, ਅਸੀਂ ਸ਼ਾਇਦ ਸਦਾ ਰਹਾਂਗੇ, ਪਰ ਨਹੀਂ, ਸਦਾ ਨਹੀਂ ਰਹਿਣਾ, ਇੱਕ ਦਿਨ ਜਾਣਾ ਹੀ ਆ। ਜਾਂ ਇਹ ਹੈ ਕਿ ਸਾਨੂੰ ਕੋਈ ਰਾਜ ਗੱਦੀ ਮਿਲ ਗਈ, ਸ਼ਾਇਦ ਸਦਾ ਹੀ ਸਾਡਾ ਰਾਜ ਰਹੇਗਾ, ਇਹ ਵੀ ਨਹੀਂ। ਇਹ ਸਾਡਾ ਬਾਲਕਪਨ ਹੈ, ਜਵਾਨੀ ਹੈ, ਅਤੇ ਬੁਢਾਪਾ, ਲੰਮੀ ਉਮਰ ਤੱਕ, ਪਰ ਮੌਤ ਇਹ ਵੀ ਸਦਾ ਨਹੀਂ। ਇਹ ਮਾਇਆ ਪਦਾਰਥ ਹੈ, ਰੰਗ ਰੂਪ ਹੈ, ਅਤੇ ਜਿੰਨੇ ਦੁਨਿਆਵੀ ਸੁੱਖ, ਇਹ ਮਾਇਆ ਇੱਕ ਪ੍ਰਤੀਭਾਸ਼ਕ ਸੱਤਾ ਹੀ ਹੈ, ਸਦਾ ਰਹਿਣ ਵਾਲੀ ਨਹੀਂ ਹੈ। ਔਰ ਬਿਹਾਰ ਦੇ ਵਿੱਚ ਵੀ ਬੰਦੇ ਦੀ ਹਿੰਮਤ ਸਦਾ ਤਾਂ ਇੱਕੋ ਜਿਹੀ ਰਹਿੰਦੀ ਨਹੀਂ। ਜਿੰਨਾ ਚਿਰ ਸਰੀਰ ਤਾਣ ਵਾਲਿਆ, ਉਹ ਬੜੇ ਜ਼ੋਰ ਦੇ ਵਿਹਾਰ ਕਰਕੇ ਮਾਇਆ ਪਦਾਰਥ ਇਕੱਠੇ ਕਰਦਾ, ਪਰ ਉਹ ਵਿਵਹਾਰਕ ਸੱਤਾ ਵੀ ਸਦੀਵੀ ਨਹੀਂ, ਸਦੀਵੀ ਹੈਗੀ ਹੈ ਪਰਮਾਰਥਕ ਸੱਤਾ। ਪਰ ਉਹ ਜਦੋਂ ਪਰਮਾਰਥੀ ਲੋਕ ਵਿਗੜ ਜਾਣ, ਸੱਤਾ ਤੋਂ ਬਿਲਕੁਲ ਸੱਚ ਸਰੂਪ ਹੈ, ਪਰ ਉਹਦਾ ਉਹ ਢਾਂਚਾ ਵਿਗਾੜ ਦਿੰਦੇ ਆ। ਧਰਮ ਦਾ ਮੁਖੌਟਾ ਰਹਿ ਜਾਂਦਾ, ਅਸਲੀਅਤ ਬਹੁਤ ਦੂਰ ਚਲੇ ਜਾਂਦੀ ਹੈ। ਇਸ ਤਰ੍ਹਾਂ ਇਹ ਰਾਜਨੀਤਿਕ ਸੱਤਾ ਵੀ ਹੈਗੀ ਹੈ। ਜਿਹੜੇ ਉਹ ਸੱਤਾ ਦਿੱਤੀ ਤਾਂ ਅਸੀਂ ਮਾਲਕ ਨੇ, ਕਿਉਂ 14 ਦੇਵਤਿਆਂ ਦੀ ਅੰਸ਼ ਤੋਂ ਰਾਜੇ ਦਾ ਸਰੀਰ ਬਣਦਾ। ਰਾਜੇ ਦਾ ਕੰਮ ਹੈ ਰੰਜਨ ਕਰਨਾ, ਸਭ ਨੂੰ ਪ੍ਰਸੰਨ ਕਰਨਾ, ਭੁੱਖੇ ਨੂੰ ਭੋਜਨ ਦੇਣਾ, ਨੰਗੇ ਨੂੰ ਕੱਪੜਾ ਦੇਣਾ, ਬਿਮਾਰ ਨੂੰ ਔਸ਼ਧੀ, ਜਿਹਨੂੰ ਰਹਿਣ ਲਈ ਜਗ੍ਹਾ ਨਹੀਂ, ਜਗ੍ਹਾ ਮਕਾਨ ਦੇਣਾ, ਅੰਦਰੋਂ ਬਾਹਰੋਂ ਦੁਸ਼ਟਾਂ, ਬਾਹਰ ਦੇ ਹਮਲਾਵਰਾਂ ਤੋਂ ਰੱਖਿਆ ਕਰਨੀ, ਇਹ ਉਹਦੀ ਡਿਊਟੀ ਆ ਨਾ। ਜਦੋਂ ਫਿਰ ਉਹ ਪਰਜਾ ਲੁੱਟਣ ਘਸੁੱਟਣ ਵੱਲ ਤੁਰ ਪੈਂਦਾ, ਅਤੇ ਆਪਣੇ ਬਲਬੋਤੇ ਦੇ ਨਾਲ ਉਹ ਕਾਨੂੰਨ ਸ਼ਿਕਨੀ ਕਰਦਾ,
इस तरह का वातावरण। फिर प्रजा ने फरियादी किहदे को होना? आम गरीब जिहड़ा वो पहलां तो मां प्यो का ही सहारा लैंदा। मां प्यो की भी कई जगह समर्था नहीं, फिर वो राज सत्ता का सहारा लैंदा। उत्थे भी सुनाई ना हो, फिर देवी देवतियां का सहारा लैंदा। देवी देवतियां वालों भी कोई भरोसा ना मिले, फिर वो जांदा गुरु महाराज आप सरगुण स्वरूप होण, नहीं फिर परमात्मा अगे अरदास करदा व्यापक शक्ति अगे। वो व्यापक शक्ति फिर अपना कई बारी सरगुण स्वरूप भी धारदी है। सरगुण स्वरूप धारना उसकी व्यापकता विच फर्क नहीं आउंदा। ये नहीं कि वो परिचिन्न हो गया है, व्यापक ही है, पर वो दुनिया के भले वास्ते फिर वो ये मर्यादा जिहड़ी बिगड़ी है इहनूं सुधारन लई आउंदे आ। धन गुरु नानक पातशाह जी आए उसे स्वरूप विच, दूसरे गुरु साहिबान पंजवें पातशाह, फिर छेवें पातशाह ने एक रंग नवां भरिया कि सेवा भी सी, सिमरन भी सी, नाम बाणी का भी, संगत पंगत भी, और धर्म स्थान भी, निशान धाम। पर जदों राजसी सत्ता हावी हो गई, उन्हें सारा ढांचा ही बिगाड़ दिता, खेल ही बिगाड़ देती। फिर छेवें पातशाह नूं ये संत दे नाल जिहड़ा सिपाही वाला काम सी, ये भी जरूरी है। फिर उन्होंने राज ऋषि वाला जिहड़ा धर्म से ये भी आरंभ किया। फिर राजसी सत्ता नूं जदों मुकाबले ते उतरे, ये धार्मिक परमार्थी शक्ति ने उन्होंने पूरी तरह मधोलिया, शिकस्त दी। कि व्यवहार सत्ता समाज की राजसी, ये परमार्थक सत्ता के मूहरे जिमें सूरज के तेज मूहरे बदल नहीं ठहरते, हों दिखा दिता नक्शा भी। इस भुलेखे च ना रहो, ये धर्म कोई कार मनुष्यों की चीज़ है, धर्म बहादुर लोगों की चीज़ है। जी माड़ा बैल जड़ा ना वो रथ नहीं खींच सकता, माड़ी छातां थोड़े पानी ने चोण लग पैंदी। ते माड़ा बंदा धार्मिक नहीं बनता, धार्मिक बनने लई भी बड़े बहादुर बनना पैंदा। हुण प्रहलाद कल्ला ही सी, पर उहदे कोल परमार्थक सत्ता सी, प्रजा भी उल्ट, राज सत्ता भी, सारी सत्ता ही, समाज भी। पर परमार्थी सत्ता वाले को शब्द हुंदा, शब्द दीपक वरतै ते हलोए, इहदे विच बहुत शक्ति है शब्द विच। रारा मम्मा राम दोए अखर सगे, कबीर को भी हाइश दे लो, फेल हो गई शक्ति। हुण द्रौपदी दे कोल की शक्ति सी, सीता कोल की शक्ति सी, सारी राज सत्ता बिल्कुल विरोध है। और राग शक्ति इत्थे तई कि इस दा पड़दा भी नहीं रहन देना। पर परमार्थक शक्ति विच इन्नी शक्ति है, वो जिन्नी जुंडली सी सारी फेल हो गई, बुरी तरह फेल हुई। फिर उन्होंने हथियारों वाला काम भी, उहदे अगे भी ये सारी शक्ति फेल हुई। फिर कलयुग के अंदर लै लो, राज शक्ति ने बड़ा घेरा पाया आनंदपुर धार्मिक शक्ति दुआले, थोड़ा घेरा पाया।
7 महीने 8 महीने मार्च 21 वारी इस तरह के हल्ले गुल्ले होए। हर थां राज शक्ति जिहड़ी सी फेल होई। बंदे बहादुर वेले 7-8 महीने घेरा रहा, राज शक्ति उत्थे भी फेल होई। जे असीं वेला भी ये जरनैल सातों भारू आ, इन्हां नूं बुरियां सजावां दे के शहीद कर दिओ, उत्थे भी वो फेल हो गए, क्योंकि उन्होंने उन्होंने अकीदे तो डला नहीं सके। माता गुजर कौर जी लै लो, साहिबजादे लै लो, बाबा जोरा सिंह, बाबा फतेह सिंह मासूम सी, बुरी तरह फेल हो गए। सो इस तरह ये जड़ी शक्ति पंजवें पातशाह तती तवी देग विच उबालना, रेते गर्म पाने, चमड़े च मढ़न दीयां गल्लां बुरी तरह नाकाम होए। फिर करने वालियां ने जो सजावां भोगियां उहदे हलो इतिहास सारा दसदा ही है। इस वास्ते जिहड़ी परमार्थक सत्ता है, इहदे च बड़ी भारी बरकत है। पर जदों किसी को बिहार करदा हो, फिर माया पदार्थों दे माया पदार्थां नाल वो समाज विच बल बनाउंदा, फिर वो राजसी बल बनाउंदा, माया दे बल नाल व्यवहार तो वो समाज विच आया, समाज विच राजनीति, राजनीति द्वारा फिर वो हाँ जी इस शक्ति नूं पा के कोई देश का प्रमुख बन गया, फिर उन्होंने सारा भुल भुला गया। जे तो वो परमार्थ नूं मोहरे रख के तुरे, फिर तो परमात्मा लो उन्होंने बरकत होर भी मिलती है। तो जे फिर वो सारा चीज़ भुला के अपना जोर जबर करना शुरू करे, तो फिर दे लो भी बाबा बीर सिंह जी ने सबर रखा। राज जदों धर्म तो परे हो जाओ कोई भी नहीं चंगा। आपां कहने फलाना राज माड़ा, जिदन साडे बंदियां को आया, जिले धर्म नूं पिठ देती, ये भी उसे रास्ते तुर पे। एक पासे सबर सी, एक पासे जबर सी। ते जबर वालियां ने सबर वालियां ते 80,000 सैना चढ़ाई, 120 तोपां, 500 जंबूरे, वो बह गया चौंकड़े ला के। ਇਹਦੇ ਆਪਣੇ ਕੀਤੇ ਵਾਰ ਕਰਨ, ਲੰਗਰ ਛਕਾਓ, ਮਾਰ ਕੇ ਜਾਣਗੇ, ਭੁੱਖ ਲੱਗੂਗੀ। ਸਬਰ ਵਾਲੇ ਇੱਥੇ ਦੀ ਸਬਰ ਕੀਤਾ, ਠਾ ਠਾ ਗੋਲੇ, ਆਸਾ ਦੀ ਵਾਰ, ਨਿਤਨੇਮ ਹੋ ਰਿਹਾ, ਇੱਕ ਵੀ ਨਹੀਂ ਹਿਲਿਆ ਉੱਥੋਂ। 13,000 ਉੱਡ ਗਿਆ। ਤੇ ਰਾਜ ਸ਼ਕਤੀ ਕਿਵੇਂ ਉੱਡੀ? संत का दोखी महा हत्यारा, संत का दोखी परमेश्वर मारा, संत का दोखी राजते हीन, संत का दोखी दुखिया अरदीन। उड़ गई शक्ति। वो संतां दा डेरा नहीं उड़िया, राज शक्ति उड़ गई। ते जे आशीर्वाद लैंदे, बाबा बीर सिंह कहंदे 10वें पातशाह ने किन्ना शहीदां दा खून जड़ां च पा पा के इन्हां दी जड़ां पताल च लाइयां सी, पर ही नहीं पुट लईयां। कहंदे जट जट नाई नाई, झीर झीर मोची मोची, तखान तखान रह गया। सिखां तो सिक्खी खो लई, फिर अवतार धारांगे, सिखां नूं सिੱਖੀ देंगे। कहंदे अज हस हस के गोले चला रहे, रो रो के औलादां माफ़ी मंगनी है। आ हुण दे हलो सिखां दा फलाने ते आ हो गया, फलाने ते आ हो गया। इन्हां दी कुड़ी ने धर्म बदल दिता, इन्हां दे केसां दी बेअदबी हो गई, वो दस्तार दी हो गई, ओ हो गई। रोज़ हो रहा कि नहीं? हुण इस राज शक्ति ने जो किया, जिन्हें किया, उन्हां दीयां लोथां किवें रुलियां। वो जिहड़ी धार्मिक शक्ति है,
ਉਹ ਹਾਲੇ ਵੀ ਉਵੇਂ ਕਿਵੇਂ ਬਰਕਰਾਰ ਆ। ਹੁਣ ਬਾਬਾ ਜੀ ਮਹਾਰਾਜ ਦੇ 365 ਦਮਦਮੇ, ਉਹਨਾਂ ਡੇਰਿਆਂ 'ਚੋਂ ਗਾਹਾਂ ਕਿੰਨੇ ਸਥਾਨ, ਕੋਈ ਗਿਣਤੀ ਮਿਣਤੀ ਨਹੀਂ ਰਹਿ ਗਈ। ਥਾਂ ਲੰਗਰ, ਦੀਵਾਨ, ਜੋੜ ਮੇਲੇ ਹੁੰਦੇ। ਉਹ ਰਾਜਸੀ ਸ਼ਕਤੀ ਨੇ ਜਿਹੜਾ ਅਤਿਆਚਾਰ ਕੀਤਾ ਸੀ, ਜਦੋਂ ਦੋਨੋਂ ਨਿਸ਼ਾਨ ਡਿੱਗੇ ਉਦੋਂ ਦਿਆਰ ਦੀ ਲੱਕੜ ਦੇ ਹੁੰਦੇ ਸੀ। ਅਤੇ ਮੱਖਣ ਸਿੰਘ ਉੱਥੇ ਦੇ ਸੇਵਾਦਾਰ ਸੀ, ਦਰਬਾਰ ਸਾਹਿਬ ਬਾਬਾ ਜੀ ਦੇ ਬੜੇ ਪ੍ਰੇਮੀ ਸੀ। ਅਤੇ ਮਹਾਰਾਜ ਕਹਿੰਦੇ ਸਿੱਖ ਰਾਜ ਦਾ ਸਤਾਰਾ ਡਿੱਗ ਪਿਆ। ਇਹ ਹੋ ਸਕਦਾ ਅਤੇ ਜਿਵੇਂ ਬਚਨ ਕਰਾਂਗੇ ਮੰਨਣ। ਉਦੋਂ ਰਾਜਸੀ ਸ਼ਕਤੀ, ਹੰਕਾਰ ਸਿਖਰਾਂ ਦਾ ਸੀ। ਕਹਿੰਦੇ ਸਾਧ ਦੇ ਚੇਲੇ ਵੱਧ ਗਏ, ਹੁਣ ਰੋਟੀ ਦੇ ਨਹੀਂ ਸਕਦਾ, ਸਾਨੂੰ ਡਰਾਉਂਦਾ। ਕਹਿੰਦੇ ਉਹ ਸਮੁੰਦਰ ਸਕਾ ਦਿਆਂਗੇ। ਅਤੇ ਫਿਰ ਸਮੁੰਦਰ ਨਹੀਂ ਸਕਾਇਆ। ਅਤੇ ਜਿਲਿਆ ਚੇਲਿਆਂ ਵਾਲੀ ਗੁਜਰਾਤ ਦੀ ਲੜਾਈ ਤੋਂ ਹਥਿਆਰ ਸੁੱਟੇ, ਗੋਰਿਆਂ ਨੇ ਕਿਹਾ ਹਥਿਆਰ ਰੱਖ ਦਿਓ, ਢੇਰ ਲੱਗ ਗਏ। ਢੇਰ ਲੱਗ ਗਏ, ਗੋਰਿਆਂ ਦੇ ਮੂਹਰੇ, ਟੋਪੀ ਵਾਲਿਆਂ ਮੂਹਰੇ ਸੁੱਟ ਦਿੱਤੇ। ਅਤੇ ਉਹ ਦੇਖ ਲਓ, ਜਿਹੜੇ ਕਹਿੰਦੇ ਸਮੁੰਦਰ ਸਕਾ ਦਿਆਂਗੇ, ਫਿਰ ਲੱਜੇ ਹੀ ਨਹੀਂ। ਕਿੱਥੇ ਗਏ ਸਮੁੰਦਰ ਸਿਖਾਉਣ ਵਾਲੇ? ਕਿਉਂਕਿ ਜਿਸ ਘਰ 'ਚੋਂ ਆਸ਼ੀਰਵਾਦ ਮਿਲਣੀ ਸੀ, ਉਸੇ ਘਰ ਦੇ ਦੁਖੀ ਬਣ ਗਏ। ਬਖਸ਼ਿਸ਼ ਤਾਂ ਇੱਥੋਂ ਹੀ ਮਿਲਣੀ ਸੀ। ਹੁਣ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਊਗਾ, ਦੇਖਿਆ ਤੁਹਾਡੀ ਆਸਾ ਹੀ ਵਾਰ ਲੱਗੀ ਹੈ। ਇਸ਼ਨਾਨ ਨਿਤਨੇਮ ਕਰਦੇ ਆ, ਕਿਸੇ ਨੇ ਮੂਹਰੇ ਹੱਥ ਚੁੱਕਿਆ ਨਹੀਂ। ਉਹ ਤਾਂ ਸਬਰ ਦਾ ਜੰਗ ਜ਼ਬਰ ਨਾਲ ਹੋਇਆ, ਜ਼ਬਰ ਫੇਲ ਹੋ ਗਿਆ। ਉਹਨਾਂ ਨੇ ਬਚਨ ਕੀਤਾ ਸੀ, ਸਬਰ ਵਾਲੇ ਮਹਾਂਪੁਰਖ ਨੇ, ਕਿ ਸ਼ਰਨਾਰਥੀ ਨਹੀਂ ਦੇਣੇ, ਆਪਣਿਆਂ ਦੇ ਵਾਰ ਨਹੀਂ ਕਰਨਾ, ਆਪਾ ਵਾਰ ਦੇਣਾ। ਸੂਰਬੀਰ ਬਚਨ ਕੇ ਬਲੀ, ਕੌਲਾਂ ਬਪਰੀ ਸੰਤੇ ਛਲੀ। ਜਾਂ ਕਾ ਸੰਗ ਬਾਸ਼ੈ ਸੁਰਦੇਵ, ਅਮੋਘ ਦਰ ਸਫਲ ਜਾ ਕੀ ਸੇਵ। 176 ਸਾਲ ਅਸੀਂ ਅਹਿਸਾਸ ਨਹੀਂ ਕੀਤਾ ਕਿ ਮੁਸਲਮਾਨਾਂ ਨੂੰ ਕਿਹਾ ਤੁਸੀਂ ਹਮਲਾ ਕਰੋ, ਕਹਿੰਦੇ ਸੰਤ 'ਤੇ ਨਹੀਂ, ਜਿੱਧਰ ਮਰਜ਼ੀ ਭੇਜ ਦਿਓ, ਸੰਤ 'ਤੇ ਨਹੀਂ ਅਸੀਂ ਚੜ੍ਹਾਈ ਕਰਨੀ। ਪਰ ਸਾਡੇ ਬੰਦਿਆਂ ਨੂੰ ਇਹ ਲਾਲਚ ਦੇ ਦਿੱਤਾ, ਤੈਨੂੰ ਇੰਨੇ ਪੈਸੇ ਵਧਾ ਦਿੰਦੇ, ਤਨਖਾਹ ਦੇ, ਬਸ ਤੁਰ ਪੈ। ਜਦੋਂ ਕਿਸੇ ਨੌਕਰੀ ਨਹੀਂ ਮਿਲੇ, ਚੱਲ ਬਾਬਾ ਵੀਰ ਸਿੰਘ ਨੂੰ ਰੰਗਾਵਤ। ਕਿਸੇ ਦੀ ਨੌਕਰੀ ਟੁੱਟ ਜਾਏ, ਚਲੋ ਬਾਬਾ ਵੀਰ ਸਿੰਘ ਕੋ। ਕੋਈ ਸਸਪੈਂਡ ਹੋ ਜਾਏ, ਡਿਸਮਿਸ ਹੋ ਜਾਏ, ਚਲੋ ਬਾਬਾ ਵੀਰ ਸਿੰਘ। ਬਸ ਹੁਣ ਐਸਾ ਗਲਤ ਪ੍ਰਚਾਰ ਹੋਇਆ, ਹਾਂਜੀ ਇਹ ਸਾਧ ਫਿੱਟ ਗਿਆ, ਇਹਨੂੰ ਮਾਰ ਦੇਣਾ ਚਾਹੀਦਾ। ਗਊ ਮਾਰਨਾ, ਉਹਦੇ ਸਿੰਘ ਭੰਨ ਦੇਣੇ ਚਾਹੀਦੇ ਆ। ਕੜਾਹਾ ਨਵਾਂ ਅਤੇ ਖੁਰਚਣਾ ਪੁਰਾਣਾ ਕਿਉਂ ਰੱਖਣਾ? ਸਭ ਇੱਕੋ ਹੀ ਬੋਲੀ ਬੋਲਣ ਲੱਗ ਪਿਆ। ਲੋਕ ਮਾਰ ਲਓ ਸੰਤ ਨੂੰ ਮਾਰ ਲਓ। ਉਹ ਸਭ ਪਰਉਪਕਾਰ ਭੁਲਾਤੇ। ਅਤੇ ਅੰਮ੍ਰਿਤ ਛਕਾਏ ਸੀ, ਦੀਵਾਨ ਲਾਏ ਸੀ, ਸਾਰੇ ਮਾਝੇ 9 ਨਿਧਾਂ 18 ਸਿੱਧਾਂ ਉਹਨਾਂ ਦੀ ਕਿਰਪਾ ਨਾਲ ਆਈਆਂ ਸੀ, ਸਭ ਭੁੱਲ ਗਏ। ਅਤੇ ਜਦੋਂ ਫਿਰ ਹਕਾਰਾ ਕਰਕੇ ਗਏ, ਨਾਇਬ ਤੋਂ ਲੰਗਰ, ਉਹਨਾਂ ਦੇ ਲੰਗਰ ਛਕਦੇ ਆ, ਨਾ ਰੋਂਦੇ ਆ ਕੀ ਕੀਤਾ। ਕਈ ਹੱਸਦੇ ਆ, ਕਈ ਰੋ ਰਹੇ। ਬਾਬਾ ਜੀ ਸ੍ਰੀ ਦਰਸ਼ਨ ਕਹਿੰਦੇ ਬੇਅਦਬੀ ਕਰੋਗੇ, ਕਹਿੰਦੇ ਹੁਣ ਕੀ ਕਰਨ ਜੋਗੇ ਰਹਿ। ਜਿਹਨੂੰ ਗੁਰੂ ਦੀ ਫੌਜ ਕਹਿੰਦੇ, ਗੁਰੂ ਮਾਰੀਆਂ ਫੌਜਾਂ ਨਾ ਪੈ ਗਏ। ਲੋਕਾਂ ਨੂੰ ਖੂਹ ਦਾ ਡੋਲ ਚੁੱਕ ਲੈ, ਇਹ ਪਾਣੀ ਪੀਣ ਦੇ ਵੀ ਅਧਿਕਾਰੀ ਨਹੀਂ ਰਹੇਗਾ। ਇਹ ਰਾਜ ਸੱਤਾ ਕਿੱਥੇ ਤੱਕ ਚਲੇ ਜਾਂਦੀ ਹੈ। ਹੁਣ ਆਪਾਂ ਕਹਿੰਦੇ ਬਸੰਤ ਦਰਬਾਰ ਸਾਹਿਬ ਬੈਠੇ ਸੀ, ਅਕਾਲ ਤਖਤ ਬੈਠੇ ਸੀ, ਵੀ ਤਾਂ ਹਮਲਾ ਹੋਇਆ। ਹੁਣ ਬਾਬਾ ਵੀਰ ਸਿੰਘ ਤਾਂ ਕਿਸੇ ਗੁਰਦੁਆਰੇ ਨਹੀਂ ਬੈਠੇ, ਦਰਿਆ ਦੇ ਕਿਨਾਰੇ ਬਹਿ ਗਏ। ਰਾਜ ਸੱਤਾ ਉੱਥੇ ਵੀ ਨਹੀਂ ਹਟੀ। ਬਾਬਾ ਜੀ ਦਾ ਸਾਰਾ ਇਲਾਕਾ ਛੱਡ ਕੇ ਚਲੇ ਗਏ ਕਿ ਮੇਰੇ ਪਿੱਛੇ ਪਿੰਡ ਉਜੜਨਗੇ, ਤਬਾਹ ਹੋਣਗੇ। ਜਿੱਥੇ 80,000 ਫੌਜ ਜਾਊਗੀ, ਸੁਹਾਗਾ ਫੇਰਨਗੇ। ਇਹ ਉਤਰੇ ਹੋਏ ਉਹ ਮੁੱਠਿਆਂ ਵਾਲੇ ਦਰਿਆ ਕਿਨਾਰੇ ਬਹਿ ਗਿਆ ਜਾ ਕੇ। ਇਹ ਰਾਜ ਸੱਤਾ ਨੇ ਦੇਖ ਲਓ ਉੱਥੇ ਵੀ ਨਹੀਂ। 50 ਲੰਗਰੀ ਬਾਬਾ ਮਹਾਰਾਜ ਲੰਗਰ ਤਿਆਰ ਕਰਿਓ, ਕੜਾਹ ਬਣਾਓ, ਬੂੰਦੀਆਂ ਬਣਾਓ, ਲੱਡੂ ਬਣਾਓ, ਜਲੇਬੀਆਂ। ਇਹ ਮਾਰ ਕੇ ਜਾਣਗੇ, ਭੁੱਖ ਲੱਗੂਗੀ। ਆਪਣੇ ਕਹਿੰਦੇ ਸ਼ਰਾਪ ਦਿਓ, ਕਿਹਨੂੰ ਦੇਣਾ?
या सारे आत्मा चेतन एको ही है, श्राप किनू देना? कौन बैरी कौन बगाना? वो इत्थे खड़े बाबा जी ने आ सिर दे दिओ, संधां वालिया दे दिओ, कश्मीरा संधा दे दिओ, फलाने का असीं तुहाडे प्रेमी हाँ, पर आ भेजे ना मनन तो उन्हां दा भी सिर, बाबा जी का भी, तो दे लो। फिर वो कारा करन तो बाद 13,000 तोपां नाल उड़ गया, जिमें गड़े पैंदे ना, जट की पेश तो जाती नहीं, बर्दाश्त ही करता। बस सिੱਖੀ की परख देखो हुई है, परख विच 13,000 विचों एक भी भगौड़ा नहीं होया। उधर जबर है, इधर सबर है, एक भी नहीं भजया। एवं बैठे चौंकड़े छातियां ढा के, लो भी मारो बई मारो गोले। 18 तो बाबा जी दे, वो कशहरा हले भी जे मघोरा होया गोले का मौजूद है। एवं बैठे बस। एक गुरसिंह महाराज पन तगली साल गाली चपेड़ मारी, कहते मैं शरीर थोड़ी हाँ। मालू वाले संत नाल शहीद होए बाबा सहेल सिंह, संत शमीर सिंह आए, आ गोले वरदियां च महाराज तुसीं धन हो। ईसा जी दे 13 चेले सी, जिले होया सारे कहते असीं तो ईसा नूं जाणदे ही नहीं, ਸਾਨੂੰ ਤਾਂ ना ही तो ईसा का सुनिया। कहते ना ही नहीं सुनिया, तो सुनिया, सब मुकर गए ही चेले नहीं। पर 13,000 दे लो बैठा, ठा ठा गोले तोपां दे सीधे जा दरिया च डिगदे आ, एक भी नहीं हिलिया। तो महापुरख समुद्रां जवार भाटे आ जाते, हिमालय हिल जाते आ भुचाला ना। पर धन बाबा बीर सिंह ब्रह्म ज्ञानी कह धीरे जेक जो बसदा कू खोदै कू चंदन लेप। आनंद स्वरूप कहते शराप, कहते किनू शराप देना, बगाना तो है ही कोई नहीं। कहते महाराज तो बुरका ही पाया इन्होंने, खलड़े मलेच्छां दे है। कहते बुरका तो महाराज का ना, बुरका तो महाराज का ही है, 10वें पातशाह का। सो इस तरह मतलब है कि जिहड़ी राज शक्ति है, सतयुग का पढ़ लो, त्रेते का पढ़ लो, द्वापर का पढ़ लो, कलयुग का पढ़ लो। साडा तो इतिहास ही इस चीज़ में भरिया पिया। ते राज शक्ति फेल हुई है, बुरी तरह नाकाम। पर जदों सत्ता हुंदी है उदों फिर चेते नहीं ना। बाबा खदास डेरे बाबे नानक आए, वो पुजारियों ने गिरफ्तार कराता। ये महाराज सिंह दे बड़े गुर भाई, इन्हों पुछो। फिर वो बेदियां ने बहुत लानत पाई, एडे महापुरख तुसीं एक ही काम किया। निर्लेप साधु सी, कि जमानते रहा होए, पुजारी फिर माफ़ी नूं आए। कहते भी गल है, जो बंदा पहाड़ ते चढ़िया होवे ना, थल्ले बंदे कीड़ियां कढ़े दीदे। तुसीं भी हुण महाराज दे पुजारी आ, तुहाडे कोल खुला धन आ, तुहानूं हुण संत महंत कित्थे नज़र आउंदे? तुहानूं नहीं हुण कोई साधु नज़र आउंदा, तुसीं हुण पहाड़ ते बैठे। इस तरह देख लो, रंगाबाद का लंबड़दार फतू सी, उन्हें गिरफ्तार कराया। फिर अंमृतसर भी यह काम होया, ननकाने दियां ने भी यह काम किया। पर वो कहते सानू की हरख हो गया, असीं आनंद च। सो इस तरह कि जिहड़ी राज सत्ता है, धर्म सत्ता भी राज सत्ता के अधीन हो के उसकी महानता नूं ना समझदी, राज सत्ता दे नाल रल के काम करन लग पैंदी है। कई बार धार्मिक सत्ता, क्योंकि जो कमजोरी आ जाती मन च। पर जिन्हां दे मन च बल शक्ति है, ना तोपां दे गोलियां दी अग डरा सकी, वो बैठे आनंद स्वरूप, कोई फर्क ही नहीं।
सो इस वास्ते ये है, हुण ये बड़ा उतरिया, लो जी उत्थे संत बैठे सी, वो शास्त्र सी, एवं सी। हुण ये तो उत्थे दरिया किनारे बैठे ही बाबा जी, कोई कोच किला नहीं। इन्होंने सरदारां नूं भी कहा भी मेरे को कोई किला कोट तो है नहीं, मैं तो इलाका भी छड़िया, मेरे पिछे जनता की तबाही ना होवे, ते जे बई तुसीं लड़ना पिड़ना तुहानूं खुली छुट्टी है, सातों डेरा बखरा कर लो, जिवें मर्जी करो, असीं तो नहीं कहते ना लड़ो, करो युद्ध इन्हां नाल। वो कहते बाबा जी नहीं, असीं तुहानूं सिर दिता, कहते मैं तुहानूं दिता। जे फिर गल यही है कि हुण जाना नहीं तुहानूं छड्ड के, कहते फिर देख लो कि जे हुण सिख हो के सिख ते वार करूगा ना, वो 9 जन्म भूत ना बनूगा। सिख हो के जिहड़ा सिख ते वार करू, ते जिहड़ा अज भाणे विच शहीदी पा जूगा, उहदे वास्ते गुरु नानक साहिब दा बेड़ा तैयार आ। उदों फिर उन्हें शाम सूं अटारी वाले चेते किया और रस्त बस्त भेजी, उमें वो थानेदार लंघण नहीं दिंदा। बाबा जी कहते बंदा सच्चा सी, आ जांदा तां अज नाल ही लै जांदे, पर हुण थोड़े दिनों बाद आ जाऊगा। शाम सिंह अटारी वाले कहते बंदा सीगा सच्चा, पर चाहिदा सी अज साडे नाल आउंदा इत्थे, चलो हुण 4 दिन बाद आ जाऊ, कि नहीं तो अज नाल ही लै जांदे। सो इस तरह है कि सबर दी भी देख लो, गुरु नानक साहिब दे घर दी हद आ, कमाल आ। धन गुरु अर्जन साहिब किड्डा सबर, धन 9वें पातशाह, धन बाबा वीर सिंह। तो जे फिर धार्मिक सत्ता ने शास्त्र फड़िया, तो देख लो फिर शाहजहान रंगे रूंगे, तो महाराज कहते तू हंकार करदा, पंजाब की धरती तेरे घोड़े के नालों थले अंग्यार बिछा देंगे, आप पैर पा इधर। मती दास ने यहो जिहा कीता, दिल्ली का फिर पिया ही नहीं, उधर दौड़ गया ना डरदा, औरंगाबाद उधर ही मरिया। सो इस करके धार्मिक शक्ति जिहड़ी है, अज असीं मार क्यों खाने? मार खाण का कारण असीं परमार्थक सत्ता जिहड़ी है उहदे बल नूं समझिया नहीं। वो मिलनी सी सेवा ना, सिमरन ना, सतसंग ना, नाम बाणी तो वो छड्डती, ते राजसी बंदियां दे प्रभाव थले आ गए, ते राजसी बंदियां ने कित्थे तक पहुँचा दिता। सो इस वास्ते ये है कि हुण 176 साल बीत गए। महापुरखां दा संकल्प सी, मन च सी भी जो महापुरखां ने कहा वो बचन नूं महाराज पूरा कराउण करन, ते बड़ा बेनतियां करते रहे, बेनती कर सकते हैं, पर वो गुरु अकाल पुरख ने ऐसी मेहर की ते 10 अक्तूबर श्री अकाल तख्त साहब सच्चे पातशाह दे अपने स्थान ते पाठ होया, नहीं तो आम दैनिवाए होंदे ना। ते देख लो फिर समुचे पंथ ने रल के सिंह साहब नूं शाबाश है, धन्नवाद है। जहेदार ज्ञानी हरप्रीत सिंह जी, जहेदार ज्ञानी रघुवीर सिंह तथा पंजे सिंह साहब श्रोमणी गुरुद्वारा प्रबंध कमेटी प्रधान जी, देख लो उन्होंने 550 साल भी, ये भी किस्मत नहीं समय मिलते। हूँ 400 साल गुरु तेग बहादुर साहब, भाई तारू सिंह 300 साल, ये महाराज की मेहर ना होंदा। आ जिहड़ा प्राश्चित वाला कर्म होया, ये महाराज ने मेहर की 176 साल, ते बाबा जी की शरीरक उम्र 76 साल सी। 176 साल बाद
ਆ ਕੇ ਆ ਚਾਨਣ ਵਾਲੇ ਪ੍ਰਸ਼ਨ ਕਰਦੇ ਰਹੇ ਸਿੰਘ ਸਾਹਿਬ ਨੂੰ ਵੀ, ਮੈਨੂੰ ਵੀ ਕਈਆਂ ਨੇ ਵੀ ਇਹ ਪਹਿਲਾਂ ਨਹੀਂ ਕੀਤਾ। ਮੈਂ ਕਿਹਾ ਵੀ ਸਾਡੇ ਕਰਮ ਮਾੜੇ ਆ, ਸਾਡੇ ਕਰਮ ਮਾੜੇ ਸੀ, ਅਸੀਂ ਗਲਤੀ ਕਰਕੇ ਵੀ ਮਹਾਰਾਜ ਤੂੰ ਮਾਫੀ ਨਹੀਂ ਮੰਗੀ। ਜਦੋਂ ਕਰਮ ਮਾੜੇ ਹੋਣ ਨਾ ਤੇ ਫਿਰ ਮਹਾਰਾਜ ਨੂੰ ਝੁਕਣਾ ਵੀ ਬੜਾ ਔਖਾ, ਮਾਫੀ ਮੰਗਣੀ ਵੀ ਬਹੁਤ ਔਖੀ। ਅਤੇ ਮਾਫੀ ਮੰਗਣੀ ਤਾਂ ਬਹੁਤ ਵੱਡੀ ਗੱਲ ਹੈ। ਮੈਂ ਕਹਿੰਦਾ ਬੰਦਾ ਸੱਚਾ ਵੀ ਹੋਵੇ ਨਾ, ਸ੍ਰੀ ਅਕਾਲ ਤਖਤ ਫਿਰ ਵੀ ਮਾਫੀ ਮੰਗ ਲੈ। ਇਹ ਵੀ ਹੰਕਾਰਿਆ ਮੈਂ ਸੱਚਾ ਹਾਂ, ਚਾਹੇ ਬੁਰਾ ਕਰਕੇ ਹੰਕਾਰਿਆ ਚਾਹੇ ਭਲਾ, ਹੰਕਾਰ ਤਾਂ ਬੁਰਾਈ ਆ ਨਾ। ਮਹਾਰਾਜ ਅੱਗੇ ਤਾਂ ਝੁਕ ਜਾਣਾ ਚਾਹੀਦਾ, ਕਿਉਂਕਿ ਪਤਾ ਕਿੰਨੇ ਕੁ ਜਨਮਾਂ ਦੇ ਅਸੀਂ ਕੂੜੇ ਚੱਕੀ ਫਿਰਦੇ ਹਾਂ, ਕਿਹੜੇ ਕਿਹੜੇ ਜਨਮ ਦੇ ਪਾਪ ਇਕੱਠੇ ਕਰੀ ਫਿਰਦੇ ਹਾਂ। ਬੰਦਾ ਤਾਂ ਖਿੰਨ ਨਾਰਾ ਚੇਤ ਪਾਪ ਤੇ ਡਰ, ਹਰ ਵੇਲੇ ਗਲਤੀਆਂ ਦਾ ਪੁਤਲਾ, ਭੁੱਲ ਗੁਰੂ ਦਾ ਕਰਤਾਰ ਹੀ ਹੈ। ਬਾਕੀ ਦਾ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲਿਆ ਉਹੀ ਆ। ਜੇ ਕਹੀਏ ਵੀ ਮੈਂ ਯੁਧਿਸ਼ਟਰ ਦੁੱਧ ਧੋਤਾ ਹਾਂ, ਆਪਣੇ ਅੰਦਰ ਝਾਤ ਮਾਰੀਏ, ਸਰੀਰ ਦੇ ਰੋਮ ਘਾਟਿਆ, ਉਹਦੇ ਪਾਪ ਜ਼ਿਆਦੇ ਆ ਬੰਦੇ ਦੇ। ਇਹਦਾ ਮਹਾਰਾਜ ਅੱਗੇ ਇਹ ਬਖਸ਼ਿੰਦੇ ਆ, ਫੇਰ ਦਿਆਲੂ ਆ, ਬੜੇ ਗਨਾਹੀਆਂ ਨੂੰ ਫੇਰ ਮਹਾਰਾਜ ਬਖਸ਼ ਦਿੰਦੇ। ਧੰਨ ਸੱਚੇ ਪਾਤਸ਼ਾਹ, ਇੰਨਾ ਮਹਾਰਾਜ ਦਾ ਮਹਾਨ ਹਿਰਦਾ। ਹੁਣ ਆ ਪਿਛਲਿਆਂ ਯੁਗਾਂ ਦੇ ਸਰਾਪੇ ਜਿਹੜੇ ਸੀ ਨਾ, ਸਰਾਪ ਦੇ ਦਿੱਤੇ ਉਹਨਾਂ ਨੂੰ, ਬਖਸ਼ੇ ਨਹੀਂ। ਪਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਆ ਗਿਆ ਬਖਸ਼ ਹੀ ਦਿੱਤਾ। ਐਸਾ ਪਾਤਸ਼ਾਹ ਦਾ ਘਰ, ਐਸਾ ਦਰਬਾਰ। ਅਤੇ ਅੱਜ ਉਹ ਸਿੰਘ ਕਹਿੰਦੇ ਮਹਾਰਾਜ ਅਕਾਲ ਤਖਤ ਸਮਾਗਮ 'ਤੇ ਹੋਇਆ, ਸਰੋਪੇ ਨਹੀਂ ਦਿੱਤੇ। ਮੈਂ ਕਿਹਾ ਉਦਣ ਅਸੀਂ ਤਾਂ ਆਪਣੀਆਂ ਗਲਤੀਆਂ ਬਖਸ਼ਾਉਣ ਗਏ ਸੀ, ਸਰੋਪੇ ਲੈਣ ਗਏ ਸੀ। ਕਿਹੜੀ ਖੂਬੀ ਕੀਤੀ ਸੀ ਜਿਹਦਾ ਸਰੋਪਾ ਲੈਣਾ ਸੀ? ਵੀ ਬਾਬਾ ਵੀਰ ਸੰਧਾ ਡੇਰਾ ਤੋਪਾਂ ਨਾਲ ਉਡਾਇਆ, ਇਸ ਗੱਲ ਦਾ ਸਰੋਪਾ ਲੈਣਾ ਸੀ? ਇਹਨਾਂ ਗਲਤੀਆਂ, ਇਹਨਾਂ ਪਾਪਾਂ ਨੂੰ ਬਖਸ਼ਾਉਣ ਲਈ ਉੱਥੇ ਗਏ ਸ਼੍ਰੀ ਅਕਾਲ ਤਖਤ, ਸਰੋਪੇ ਲੈਣ ਨਹੀਂ ਗਏ। ਉੱਥੇ ਤਾਂ ਗੱਲ 'ਚ ਪੱਲਾ ਪਾ ਕੇ ਅਸੀਂ ਖੱਤੇ ਬਹੁਤ ਕਮਾਮਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਓ ਹਮ ਪਾਪੀ ਬੜ ਗੁਨਹਗਾਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ ਦਇਆ ਕਰੋ, ਕਿਛ ਮੇਰ ਪਾਵਾ ਡੁੱਬਦੇ ਪੱਥਰ ਤਾਰੇ। ਸਾਨੂੰ ਸਰੋਪਿਆਂ ਦੀ ਇੰਨੀ ਭੁੱਖ ਪੈ ਗਈ ਹੈ, ਗਲਤੀ ਕਰਕੇ ਵੀ ਗੁਰੂ ਮਹਾਰਾਜ ਚਰਨਾਂ 'ਚ ਮਾਫੀ ਨਹੀਂ ਮੰਗਣ ਨੂੰ ਤਿਆਰ। ਫਿਰ ਚੋਰ ਅਤੇ ਨਾਲ ਚਤਰ ਬਣੀ ਹੈ। ਫਿਰ ਸਰੋਪਿਆਂ ਵਾਲਾ ਕੰਮ ਹੋਵੇ ਤਾਂ ਫਿਰ ਇਹ ਸਰੋਪਾ ਨੂੰ, ਉਦਣ ਤਾਂ ਪ੍ਰਾਸ਼ਚਿਤ ਦਿਨ ਸੀ, ਮਾਫੀ ਮੰਗਣੀ ਹੈ ਮਹਾਰਾਜ। ਪਰ ਸਾਡੀ ਸੋਚ ਦੇ ਵੱਲੋਂ ਕਿੱਥੇ ਖੜੀ ਹੈ। ਸਰੋਪਿਆਂ ਦਾ ਭੁੱਸ ਪੈ ਬਹੁਤ ਗਿਆ ਨਾ, ਜਿੱਥੇ ਜਾਓ ਉੱਥੇ ਹੀ ਸਰੋਪਿਆਂ ਵਾਲਾ ਕੰਮ ਪੈ ਗਿਆ, ਸ਼ੁਰੂ ਹੋ ਗਿਆ ਹੈ। ਸਰੋਪਾ ਗੁਰੂ ਅਮਰਦਾਸ ਸਾਹਿਬ ਨੂੰ 12 ਸਾਲ ਗਾਗਰਾਂ ਢੋਈਆਂ, ਸਾਲ ਪਿੱਛੋਂ ਇੱਕ ਮਿਲਦਾ ਸੀ। 12 ਸੰਭਾਲ ਕੇ ਰੱਖੇ ਵੀ ਕੱਲ੍ਹ ਨੂੰ ਇਹ ਨਾ ਕਹਿਣ ਵੀ ਲਿਆ ਸਾਨੂੰ ਮੋੜ ਕੇ ਦੇ। ਗੱਜ ਕੇ ਬੋਲੋ। ਅਤੇ ਆਪਾਂ ਤਾਂ ਸੰਭਾਲਦੇ ਹੀ ਨਹੀਂ, ਕਦਰ ਹੀ ਨਹੀਂ ਕਰਦੇ ਸਰੋਪੇ ਦੀ। ਮੋਟਰਸਾਈਕਲ ਸਾਫ਼ ਕਰ ਲਿਆ, ਸਾਈਕਲ ਸਾਫ਼ ਕਰ ਲਿਆ, ਜੋੜਾ ਝਾੜ ਲਿਆ। 12 ਸਰੋਪੇ ਸਾਂਭੇ, ਕਹਿਣਗੇ ਲਿਆ ਵੀ ਸਾਡਾ ਸਰੋਪਾ ਮੋੜ। ਆਹ ਲਓ ਮਹਾਰਾਜ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਆਹ ਤੁਹਾਡੀ ਬਰਕਤ, ਤੁਹਾਡੀ ਬਖਸ਼ਿਸ਼। ਫੇਰ ਜਾ ਕੇ ਕਿਤੇ ਪੱਬਾ ਭੁੱਲਾ ਪੱਬਾ ਭਾਈ ਪੱਬਾ ਭਲਾ, ਬਾਬਨ ਅਖਰੀ ਦੇ ਇੱਕ ਅੱਖਰ ਦੀ ਕਮਾਈ ਕਰਕੇ ਕਿੱਥੇ ਪਹੁੰਚੇ। ਨਮਾਣਿਆਂ ਦੇ ਮਾਣ, ਨਤਾਣੇ ਦੇ ਤਾਣ, ਡਿਓਟੀਆਂ ਦੀ ਓੜ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਿਤੇਰਿਆਂ ਦੀ ਧਿਰ। ਇਹ ਚੀਜ਼ਾਂ ਇੱਕਦਮ ਨਹੀਂ ਆਉਂਦੀਆਂ। ਬਾਬਾ ਵੀਰ ਸਿੰਘ ਜੀ ਦੇ ਬਜ਼ੁਰਗਾਂ ਨੇ ਤਰਨ ਤਾਰਨ ਰੱਜ ਕੇ ਸੇਵਾ ਕੀਤੀ। ਪਰਿਵਾਰ ਪੁਰਾਣਾ ਤੁਰਿਆ ਆਉਂਦਾ। ਫਿਰ ਮਹਾਰਾਜ 6ਵੇਂ ਪਾਤਸ਼ਾਹ ਗਏ ਉਸ ਨਗਰ ਅਗੂਏ, ਫਿਰ ਸੇਵਾ। ਕਹਿੰਦੇ ਮੰਗੋ, ਕਹਿੰਦੇ ਮਹਾਰਾਜ ਤੁਹਾਡੇ ਦਰਸ਼ਨ ਹੋ ਗਏ, ਇਹ ਤੋਂ ਵੱਧ ਕੀ? ਕਹਿੰਦੇ ਅੱਛਾ ਜਾਓ, ਤੁਹਾਡੇ ਪਰਿਵਾਰ ਵਿੱਚ ਰਾਜ ਰਿਸ਼ੀ ਮਹਾਂਪੁਰਖ ਹੋਣਗੇ, ਸਾਡਾ ਹੀ ਰੂਪ ਹੋਣਗੇ। ਇਹ 6ਵੇਂ ਪਾਤਸ਼ਾਹ ਦੇ ਬਰ ਨਾਲ ਬਾਬਾ ਵੀਰ ਸਿੰਘ ਆਏ ਅਤੇ ਮਹਾਰਾਜ ਰਣਜੀਤ ਸਿੰਘ ਦੇ ਵੱਲੋਂ ਫੌਜਾਂ ਸਮੇਤ
700 ਮਣ ਆਟਾ, 280 ਮਣ ਦਾਲ, 7 ਮਣ ਲੂਣ ਲੰਗਰ 'ਚ। ਅਤੇ ਦੇਗ ਵਿੱਚ ਦਾਲ ਕੱਢਣ ਲਈ ਪੌੜੀ ਲਾਉਣੀ ਪੈਂਦੀ ਸੀ। ਅਤੇ ਉਹਨਾਂ ਦੇ ਚੇਲੇ ਦੇ ਵੱਲੋਂ ਬਾਬਾ ਮਹਾਰਾਜ ਸਿੰਘ ਮਾਈ ਘਿਓ ਦਾ ਦੋਣਾ ਲਿਆਈ। ਹੁਣ ਤਾਂ ਆਪਾਂ ਦੋਣੇ ਰੱਖੇ ਨੇ, ਵੇਚ ਦਿੱਤੇ, ਮਾਇਆ ਦੀ ਭੁੱਖ ਇੰਨੀ ਪੈ ਗਈ ਹੈ, ਇਹ ਘਰ ਚੀਜ਼ ਚੰਗੀ ਕੋਈ ਚੀਜ਼ ਛੱਡੀ ਨਹੀਂ। ਜਾਂ ਸਿਲਵਰ ਆ ਗਿਆ, ਐਲੂਮੀਨੀਅਮ ਆ ਗਿਆ, ਕੱਚ ਆ ਗਈ ਅਤੇ ਪਲਾਸਟਿਕ ਆ ਗਈ, ਬਾਕੀ ਤਾਂ ਰਹਿਣ ਦਿੱਤਾ ਨਹੀਂ ਨਾ। ਕੋਈ ਬਰਕਤ ਵਾਲਾ ਭਾਂਡਾ ਨਹੀਂ ਛੱਡਿਆ ਘਰਾਂ 'ਚ, ਕੋਈ ਚੀਜ਼ ਬਰਕਤ ਵਾਲੀ ਨਹੀਂ ਰਹਿਣ ਦਿੱਤੀ ਪਰਿਵਾਰਾਂ 'ਚ, ਸਭ ਵੇਚ ਦਿਓ, ਪੈਸੇ ਚਾਹੀਦੇ ਉਸ। ਉਹਦੇ ਲਓ ਦੋਣਾ, ਉਹ ਠੰਡਾ ਸੀ ਅਤੇ ਭਾਰਾ ਸੀ। ਅਤੇ ਕਹਿੰਦੇ ਮਾਰਾ ਪਿਆ ਘਿਓ ਦਾਲ 'ਚ ਪਾ ਦਿਓ, ਇਹ ਦੋਣਾ ਦੇ ਦਿਓ। ਅਤੇ ਮੇਰੀ ਸੱਸ ਥੋੜ੍ਹੀ ਜਿਹੀ ਗਰਮ ਆ, ਉਹ ਜਿਹੜੇ ਵਿੱਚ ਪਾਇਆ, ਉਹ ਜਿਲਿਓਂ ਪਾਓ ਨਾ ਭਾਫ਼ ਪੈਂਦੀ ਹੈ, ਉਹ ਤਿਲਕਮਾਂ ਜਿਹਾ ਹੋ ਗਿਆ ਅਤੇ ਵਿੱਚ ਡਿੱਪਿਆ। ਉਹ ਕਹੇ ਮਾਰਾ ਵੀ ਦੋਣਾ, ਉਹ ਕਹੇ ਵੀ ਹੁਣ ਕੱਢੀਏ ਕਿਵੇਂ ਇਹਦੇ 'ਚੋਂ, ਦੇਗ ਵੱਡੀ ਹੈ, ਦਾਲ ਉਬਲ ਰਹੀ ਹੈ। ਉਹ ਕਹਿੰਦੇ ਮੇਰੀ ਸੱਸ ਨੇ ਨਹੀਂ ਮੈਨੂੰ ਜੀਣ ਦੇਣਾ ਵੀ ਦੋਣਾ ਕਿੱਥੇ ਹੈ। ਉਹ ਬਸ ਐਸਾ ਸੇਵਾ ਦੇ ਵਿੱਚ ਆਨੰਦ ਭਜਨ 'ਚ ਮਸਤ ਸੀਗੇ, ਬਾਂਹ ਪਾ ਕੇ ਕੱਢ ਕੇ ਫੜਾ ਦਿੱਤਾ ਬਾਬਾ ਮਹਾਰਾਜ ਸਿੰਘ ਨੇ। 4 ਨਾਂ ਆ ਉਹਨਾਂ ਦੇ, ਪਹਿਲਾ ਨਿਹਾਲ ਸਿੰਘ, ਫਿਰ ਸੇਵਾ ਬਹੁਤੀ ਕਰਦੇ ਸੀ ਟਹਿਲ ਸਿੰਘ, ਫਿਰ ਤਾਂ ਭਗਵਾਨ ਦਾ ਰੂਪ ਭਗਵਾਨ ਸਿੰਘ। ਫਿਰ ਜਦੋਂ ਲੰਗਰ ਵਰਤਾਉਣ, ਆਓ ਮਹਾਰਾਜ, ਆਓ ਮਹਾਰਾਜ, ਲਓ ਮਹਾਰਾਜ। ਕਹਿੰਦੇ ਇਕੱਲਾ ਮਹਾਰਾਜ ਹੁਣੇ ਬਣ ਗਿਆ, ਮਹਾਰਾਜ ਬਣ ਕੇ ਸਿੰਘਾਂ ਵਾਲੀ ਭਵਕੇ ਨਾ ਛੱਡ ਜਾਏ। ਸਿੰਘ ਸ਼ਬਦ ਨਾਲ ਹੋਣਾ ਜ਼ਰੂਰੀ ਹੈ। ਇਕੱਲਾ ਮੱਥੇ ਟਿਕਾਉਣ ਵਾਲਾ ਨਾ ਮਹਾਰਾਜ ਰਹਿ ਜਾਏ, ਸਿੰਘ ਵੀ ਚਾਹੀਦਾ। ਹਾਂਜੀ, ਉਹ ਸੰਗਤ ਚਰਚਾ ਇਹਨਾਂ 'ਚ ਬੜੀ ਸ਼ਕਤੀ ਕਰਾਮਾਤ ਆ ਗਈ, ਅਤੇ ਉਬਲਦੀ ਦੇਗ ਬਾਂਹ ਨਹੀਂ ਸੜੀ, ਛਾਲੇ ਨਹੀਂ ਪਏ। ਬੁਲਾ ਲਿਆ, ਕਹਿੰਦੇ ਹੁਣ ਗੁਰੂ ਨਾਨਕ ਘਰ ਦੀ ਕਰਾਮਾਤ, ਸੇਵਾ ਕਰ ਕਰਾਮਾਤਾਂ ਤਾਂ ਆਏ ਜਾਂਦੀਆਂ, ਅਤੇ ਹੁਣ ਦਿਖਾਉਣ ਲੱਗ ਪਏ ਵੀ ਤੁਹਾਡੇ ਉਬਲਦੇ ਦੇਗ 'ਚ ਬਾਂਹ ਨਹੀਂ ਸੜੀ। ਕਹਿੰਦੇ ਮਹਾਰਾਜ ਦੇਗ ਵੀ ਤੁਹਾਡੀ, ਅੱਗ ਵੀ ਤੁਹਾਡੇ ਹੁਕਮ ਵਿੱਚ, ਇਹ ਸਰੀਰ ਵੀ ਤੁਹਾਡਾ, ਅਤੇ ਸਾੜਨ ਵਾਲਾ ਕੌਣ ਹੈ ਅਤੇ ਸੜਨ ਵਾਲਾ ਕੌਣ ਹੈ? ਆਪੇ ਪਾਵਕ ਆਪੇ ਪਵਨਾ, ਜਾਰੇ ਖਮਸਾ ਰਾਖੇ ਕਵਨ। ਵੀ ਦੇਗ ਵੀ ਤੁਹਾਡੀ, ਦੋਣਾ ਘਿਓ ਵੀ ਤੁਹਾਡਾ ਜੀ, ਸੰਗਤ ਵੀ ਤੁਹਾਡੀ, ਮੈਂ ਵੀ ਤੁਹਾਡਾ, ਅੱਗ ਤੁਹਾਡੇ ਹੁਕਮ 'ਚ। ਨੈਨ ਦਹੰਤੀ ਸ਼ਾਸਤਰਾਣੀ, ਨੈਨ ਦਹੰਤੀ ਪਾਵਕਾ, ਨਚ ਕਲੇਦੰਤੀ ਜਾਪੂ, ਨਾ ਸ਼ੋਸ਼ੀਤਾ ਮਾਰੂਤ। ਵੀ ਨਾ ਅੱਗ ਸਾੜੇ, ਨਾ ਹਵਾ ਸਕਾਏ, ਨਾ ਪਾਣੀ ਗਾਲੇ ਡੋਬੇ ਗਿੱਲਾ ਕਰੇ। ਅਤੇ ਜਦੋਂ ਹੁਣ ਇੱਥੇ ਪਹੁੰਚ ਜਾਊ ਦੱਸੋ ਫਿਰ। ਸੋ ਇਸ ਕਰਕੇ ਦੇਖੋ, ਫਿਰ ਛੋਟੇ ਵੀਰ ਸਿੰਘ, ਉਹ ਇੱਕ ਬੰਦੇ ਨੇ ਲੰਗਰ ਭੰਡਾਰਾ ਚੰਗਾ ਛਕ ਲਾਉਣਾ, ਇਹ ਸੇਵਾ ਨੂੰ ਅਤੇ ਮੋਹਰਿਓਂ ਸੁਣਾਉਣੀ। ਉਹ ਕਹਿੰਦੇ ਵੀ ਤੂੰ ਐਂ ਦੇ ਖਾਣ ਪੀਣ ਨੂੰ ਇੰਨਾ ਤਕੜਾ, ਜਾਂ ਬਾਲਣ ਪਾੜ ਮੰਨਿਆ। ਕਹਿੰਦੇ ਤੈਨੂੰ ਕੋਹੜ ਹੋਇਆ, ਵਜਨ ਨਿਕਲ ਗਿਆ। ਛੋਟੇ ਵੀਰ ਸਨ, ਉਹਨੂੰ ਜੀ ਕੋਹੜ ਹੋ ਗਿਆ। ਬਾਬਾ ਜੀ ਸ਼ਿਕਾਇਤ ਹੋ ਗਈ, ਤੁਹਾਡੇ ਚੇਲੇ ਮਹਾਰਾਜ ਸ਼ਰਾਬ ਦੇਈ ਜਾਂਦੇ ਆ। ਮਹਾਰਾਜ ਕਹਿੰਦੇ ਕੀ ਗੱਲ, ਇਹ ਗੁਰੂ ਨਾਨਕ ਘਰ ਦੀ ਸ਼ਕਤੀ, ਇਹ ਕੰਮ ਲਈ ਵਰਤਦੇ ਆ ਦੋਏ ਦਾ ਜੀਵਨ ਵਿਗਾੜਨ ਲਈ। ਕਹਿੰਦੇ ਮਹਾਰਾਜ ਨਹੀਂ, ਮੈਂ ਇਹਨੂੰ ਕਿਹਾ ਸੀ ਸੇਵਾ ਨੂੰ, ਮੰਨਿਆ ਨਹੀਂ, ਸੋਤੇ ਸਾਹਿਬ ਬਚਨ ਹੋਇਆ ਵੀ ਤੈਨੂੰ ਕੋਹੜ ਹੋਇਆ। ਕਹਿੰਦੇ ਹਟਾ ਹੁਣ। ਕਹਿੰਦੇ ਬਾਲਣ ਨਾ ਪਾੜਨ ਤੋਂ ਹੋਇਆ, ਬਾਲਣ ਪਾੜਦੇ ਤਾਂ ਹਟ ਜਾਊਗਾ। ਉਹ ਬਾਲਣ ਪਾੜਿਆ ਤਾਂ ਕੋਹੜ ਹਟ ਗਿਆ ਜੀ। ਦੇਖੋ ਬਾਬਾ ਜੀ ਦੇ ਚੇਲੇ ਚਾਟ ਦੀਆਂ ਗੱਲਾਂ, ਇਹੋ ਜਿਹਾ ਇੱਕ ਪ੍ਰਸੰਗ ਨਹੀਂ, ਬੇਅੰਤ ਹੀ ਆ। ਇਹ ਕਿਸ ਤਰ੍ਹਾਂ ਨਹੀਂ ਆ, ਆ ਉੱਥੇ ਹੁਣ ਪੜ੍ਹ ਗਿਆ। ਉਹ ਇੱਕ ਜੱਟ ਵੈੜਾ ਸੀ, ਉਹ ਆ ਖੋਤੀ 'ਤੇ ਹੁੰਦਾ ਨਾ ਜਗੰਡਾ ਜਿਹਾ ਰੱਖਿਆ, ਪੱਠੇ ਲਿਆਉਂਦੇ ਆ। ਉਹ ਬਾਬਾ ਜੀ ਪਲੰਘ 'ਤੇ ਬਹਿ ਗਿਆ। ਕਹਿੰਦਾ ਲੈ ਬਾਬਾ ਵੀਰ ਸਿੰਘ ਬੈਠਾ ਇੱਥੇ, ਮੇਰੀ ਲੱਤ ਭੰਨ ਦਊ। ਉਹ ਜਿਹੜੇ ਖੋਤੀ ਦੇ ਟਪੂਸੀ ਜੀ ਮਾਰ ਕੇ ਬਹਿਣ ਲੱਗਾ, ਉਹਨੂੰ ਮਾਰਿਆ ਤੇ ਲੱਤ ਭੱਜ ਗਈ। ਕਹਿੰਦੇ ਬਾਬਾ ਵੀਰ ਸਿੰਘ ਡਾਂਗਰਾ ਨਹੀਂ ਇਉਂ ਭੰਨ ਦਿੰਦਾ ਹੁੰਦਾ, ਇਉਂ ਭੰਨ ਦਿੰਦੇ ਹੁੰਦੇ ਆ। ਇਸ ਕਰਕੇ ਦੇਖੋ ਜਿਹੜੀ ਮਹਾਂਪੁਰਖਾਂ ਦੀ ਕਲਾ ਆ, ਉਹ ਤਾਂ ਹਰ ਵੇਲੇ ਵਿਆਪਕ ਵਿਰਾਟ 'ਚ ਮਿਲ ਗਿਆ। ਅਤੇ ਜਦੋਂ ਵਿਆਪਕ ਸ਼ਕਤੀ ਮਿਲ ਗਿਆ, ਜਿੰਨੀ ਵਿਆਪਕ ਦੀ ਕਲਾ ਉਨੀ ਉਹਨਾਂ ਦੀ ਕਲਾ। ਸੋ ਦੇਖੋ ਫਿਰ ਵੀ ਮੈਂ ਕਹਿੰਦਾ 176 ਸਾਲ ਬਾਅਦ ਵੀ ਸਾਨੂੰ ਮਹਾਰਾਜ ਨੇ ਸੋਝੀ ਦਿੱਤੀ। ਅਸੀਂ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਡਿੱਗੇ। ਦੇਖੋ ਮਹਾਰਾਜ ਨੇ ਉਦਣ ਕੌਤਕ
सानू पहला फोन आया भी महाराज दा प्रोग्राम कैंसल हो गया। तो मैं कहा मेरे दुआल तो टैलीविजन वाले बैठे सी, तेरे कह मैं भी कहा, फिर आ गया नहीं महाराज वो रखिया इवें सी पिया करोना आया चलदा भी 100 बंदा भी नहीं होना। मैं कहा तो तुसीं देखो बाबा वीर सिंह दी कला, जिले तोपां चलियां उदों उन्हां दुआले इन्नी संगत बैठी रही, हुण तां अमन शांति। तो उदण संगत दा गढ़ ही टुट गया, कमाल ही हो गई जी। तो आम जिमींदारां ने नाका लाउणा सी, उदण कोई नाका भी नहीं लाया। पता नहीं महाराज ने उन्होंने भी किरपा करती उन्होंने ते भी, नहीं पहलां भी नाका लगा तो बहुत मुश्किल हो जानी है। पर संगत दा भी देख लो, जिथे जिथे बाबा जी के अस्थान सब संगतां लंगर मठियाइयाँ कोई कमी नहीं, साग बना बना के लंगरां च। ये बाबा वीर सिंह दा लंगर आ, हाँ जी, उन्हां दे लंगर कमी आए नहीं सकती। वो कला प्रतੱਖ ही वरती। 6वें पातशाह दे बचन ने जन्म होया तो 6वें पातशाह दे चरनां 'च जाके माफ़ी मंगनी पई। ये तेरा सेवक है, तेरे सेवक ते हथ चुकिया, तेरियां संगतां दे हथ चुकिया। तो वो दे लो डोगरा हीरा सिंह, लाभ सिंह, तो गुलाब सिंह ते जला मेशर, फौजां 'च बगावत पै गई। आ की कर बैठे, गलत काम भी छड्डो ना हुण इन्हूं। सातों कारा इन्हां ने कराया, भजे फिर वो शाह बिलाल मुकाम ते दे लो फड़ के किवें इन्हां दे टुकड़े कर कर गंदियां नालियां सुटे। फिर क्योंकि जिहड़ा कोई बीज बीजदा ना वो वड्ढना ही पैंदा। फौज विच महामारी हैजा पै गया, हैजे ने बहुत दुनिया मरी। फिर तो एक दिन वो सी महाराज रणजीत सिंह दे टाइम हैजा पिया, बाबा जी नूं बेनती, राजगुरू की पदवी नरंगावा दुखू ही कहंदे इहदा जल वरताए। चलो जपजी साहब पढ़ के विच पाता जल। ऊना साहब तो भी चांदी दियां गागरां विच जल लगाए। महाराज रणजीत सिंह ने बोतियां डाचियां लातियां घोड़े फिर मेरी राजधानी सारी जल वरताओ। बाबा वीर सिंह दी खूही दा जिन जिन पीता उहदा हैजा नहीं रहा। बरकतां पर देख लो सहनी शक्ति भी किन्नी है। क्यों खाद खो धरती सह काटकूट बन राए, कटू वचन साधु सहे और पै सद्या न सह न जाए। दरख्त जिन्ना वड्ढी जाओ चंदन नूं वो कुहाड़े दा मूँह सुगंधी ना भरदा। इस तरह तो जिहड़ा पुट पटाई धरती नूं किन्ना पुटी जाओ, कहंदी किस नूं मैनूं पुटदे आ, चंदन लिप दिओ गंद खलार कुछ नहीं कहंदी। और जिहड़ा कौड़ा बचन जां इन्ना संकट ये साधु ही बर्दाश्त कर सकदा। बाबा जी कहंदे जे चाहां इन्हां दा तुख माड़ा दियां, पर मोहरे बुरका सिखां दा। 10वें पातशाह नूं जवाब की देंगे, संगत नूं जवाब की देंगे। क्या संत ने सिखां ने सिख मराते, ये सारा भांडा भजना फिर सिख राज बाबा वीर सिंह दे पैरों गया। आही कहना ही लोगों ने, पर अपने ते झल लिया। तो जिहड़े बचन कीते सी वो निभा दिते महापुरखां ने। सो इस करके ये धन गुरु अर्जन साहब सबक सिखा गया। इन्नी शांति इन्नी धीरज दे गया कोई सिखां नूं। ये गुरु अर्जन साहब आ तत्ती तवी ते। हुण कहंदे जी महाराज शक्ति ही दिखाई नहीं। मैं कोई अन्ने आ तुसीं, तत्ती तवी थले एडे मोड़े बन रहे हैं, उत्ते रेता पै रहा तो महाराज चौंकड़ा लग बैठे आ भी तुसीं बह के देख लो भी किवें पकौड़ा बनदा। धुआं ही हो जाना, लजना ही कुछ नहीं, हड्डी भी नहीं लजनी। सब कुछ देख रहे है क्योंकि महाराज तो जोत स्वरूप है। हाँ जी, भै विच अगन कढ़े बेगार, भै विच धरती दबी भार। अग देवता उन्होंने हुक्म च साड़ रहा, साड़न की शक्ति दी कहने। पानी च प्यास बुझाउण की शक्ति किन रखी है। आकाश पिन थम्मा गगन रहाया, धरती विच इन्नी शक्ति, ये देवतियां शक्ति तो उहदी रखी है। तो अपने मालक का नुकसान वो किवें करूगा। ये तो महाराज दे लो चोज है। तो सामने देखी जाते हैं भी जे होर हुंदा उत्थे बचदा लजदा कुछ।
पर शक्ति सामने देख भी रहे, पर महाराज दे कौतक ऐसे ऐसा माया का पड़दा पाते हैं, देख के भी यकीन नहीं बजदा। लीला ही ऐसी ये देख के तो मियाँ मीर वर्गे महापुरख भी किड्डे महापुरख से बर्दाश्त नहीं कर सके। महाराज ये तो महाराज तुसीं नहीं करना, मैनू हुक्म कर दो। कहते देखी चलो पानी दखल ना दो। भाई जेठा पुराना महाराज सातों नहीं बर्दाश्त होंदा है। कहते कितों ले सकती तुहाडे चरण, कहते उत्थे है नहीं, बह जाओ। धन गुरु अर्जन साहब तां ही भट्टां नूं कहना पिया, जपिओ जिन अर्जन देव गुरु, फिर संकट जोन गर्भ नह आयो। अंत न पावो देव सब, मन इंद्र महाशिव जो करी, पुन वेद वरांच विचार रहो, हर जाप न छाडो ये करी, मथुरा जन को प्रभ दीन दयाल, सब संगत श्रेष्ठ निहाल करी। रामदास गुरु जग तारन को, गुर जोत सो अर्जन माहे। ये गुरु नानक साहब की जोत। तो फिर देख लो जे छेवें आ गए, कहते लो भी जे तुम हुण यही कोई देखना चाहते ये भी दिखा दें। फिर अगे शांति भी दिखालती है, तो हुण शक्ति भी दिखा दें। फिर शक्ति किहो जी दिखा ली। पहला तो शाहजहान चुक्या चुकाया तुर पिया ना, 4 बारी मूँह बनाया, मुड़ के नहीं ना लिया। फिर उस करतूत का फल देख लो, उसे पुत ने जेलों ही सुटिया, पानी तो तरसदा रहा। की हाल। इस करके वो तो डरना चाहिए निरंकार तो। पता नहीं वो केड़े केड़े कौतक दिखा दिंदा है। सो इस करके ये सच्चे पातशाह धन श्री गुरु रामदास जी महाराज जी का, धन गुरु अर्जन साहब, धन सच्चे पातशाह मेरी पीर दे मालिक, 6वें पातशाह कौम नूं समत दिती। ते सिंह साहब ज्ञानी हरप्रीत सिंह, जहेदार साहब सिंह साहब ज्ञानी रघुवीर सिंह जी, पंजे सिंह साहब प्रधान जी श्रोमणी कमेटी दे सेवादार, सारिਆਂ ਨੂੰ ही महाराज ने सोझी दिती। और समुचे पंथ वालों श्री अकाल तख्त साहब पाठां दे भोग पए, पराश्चर्य की अरदास तो हुक्मनामे भी महाराज ने कमाल दे बख्शे, आरंभ वेले भी तो भोग वेले भी। तो रागी सिंह ने भी 4 शब्द कमाल दे पढ़े उदण, कमाल कर गए। ऐसा सुंदर कीर्तन किया। हाँ जी। तो बचन विलास भी भावें संखेप सी समा, पर महाराज ने तो संगत का भी गढ़ टुट गया। लंगर पक्ष लै लो, कोई पक्ष लै लो, गुरु महाराज की कला जड़ी सी वरती। क्योंकि महाराज तो चाहते हैं मेरे तो माफ़ी मंगण मैं बख्शा, उड़ीकते असीं बदावे दे दिंदे हैं, वो फिर साਂਭ के रखते। किन्ना कुछ गुआचा गुम होया, पर बदावे का कागज साਂਭੀ फिरदे आ। ये नहीं आना ही आ, माफ़ी मंगनी है। ये माता भाग कौर दे सेहरा जांदा, किरपा कर गए माता जी, बख्शियां करा गए। मुक्तसर कदरान की टाप मुक्तसर बन गई शहीदां की तरफ। सो सच्चे पातशाह ने देखो आप किड्डी वड्डी ये मेहर कीती। ये जिहड़ा प्रायश्चित होया, एक कौमी ऐसा उस वेले गलत प्रभाव थले आके ये पाप कर्म जिहड़ा होया, पापी ने तो पाप का फल भोगना। वो दूए नूं पापी दे बेड़े च बह जाए ना, चंगियां नूं भी डोबदा। फिर जो पापियां दे बेड़े बह जाइए ना, उन्हें डोबना, आप तो डुबना, दूए नूं भी डोबना। उन्होंने सप्याई तो हुण डुबना ही आ, नाल दूए नूं भी डोबीए। पर वो साडे पे गुरसिख वो भी है बई जिहड़े महापुरख बचन शहीदियाँ प्राप्त कीतियां, वो भी है जिहड़े शहीद करने वाले आ, ना दोनों दे ही है। वो सबर वालियां दा भी ना कित्थे, जबर वाले। इस करके महाराज ने 6वें पातशाह किरपा करन, साडियां गलतियां भुलां माफ़ करन, अपने चरणों का प्यार बख्शन, जिहदे नाल खालसा पंथ कौम विच एकता उत्फाक प्यार
ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ